ਸਲੀਪਿੰਗ ਪਾਰਟਨਰ ਹੁੰਦੇ ਤਾਂ ਕੱਲ ਇੰਨੀ ਲੰਬੀ ਚੌੜੀ ਸਫਾਈ ਨਾ ਦਿੰਦੇ। ਹਰਜੋਤ ਜੀ ਨੂੰ ਸੋਝੀ ਦੀ ਕਮੀ ਹੈ। ਮੰਨ ਲਓ ਵੀ ਜੇ ਕਿਸੇ ਸਰਕਾਰੀ ਵਕੀਲ ਤੇ ਕੋਈ ਰਿਸ਼ਵਤ ਦਾ ਪਰਚਾ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਤਾਂ ਉਹ ਸਸਪੈਂਡ ਹੋ ਜਾਂਦਾ। ਇਹ ਚਲੋ ਕੀ ਕਹਿੰਦਾ, ਮੇਰੇ ਮਹਿਰੂਮ ਦੋਸਤ ਦਾ ਬੇਟਾ ਹੈ, ਇਹਨਾਂ ਦੇ ਪਿਤਾ ਜੀ ਨਾਲ ਮੇਰਾ ਬੜਾ ਪਿਆਰ ਸੀ, ਮੈਂ ਉਹਨਾਂ ਦੇ ਬੜੇ ਕੇਸ ਵੀ ਕੀਤੇ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ FIR ਇੱਕ ਲੁਕਵੇਂ ਮੰਤਵ ਨਾਲ ਭਾਰਤ ਭੂਸ਼ਣ ਆਸ਼ੂ ਤੇ ਸਿਮਰਜੀਤ ਸਿੰਘ ਬੈਂਸ ਨੇ ਕਰਵਾਈ ਹੈ। ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿਹਦੇ ਤੇ ਕਰਾਈ ਹੈ। ਮੈਂ ਦੱਸਦਾ, ਉਹ FIR ਇਹਨਾਂ ਨੇ ਆਪਣੇ ਹੀ ਡਰਾਈਵਰ ਤੇ ਕਰਾਈ ਹੈ ਜਿਹਦਾ ਨਾਮ ਹੈਗਾ ਅਨਿਲ ਸੈਣੀ। ਉਹ ਜਿਹੜਾ ਡਰਾਈਵਰ ਆ ਉਹ ਸਾਡਾ ਡਰਾਈਵਰ ਨਹੀਂ ਸੀਗਾ, ਇਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ। ਉਹਨਾਂ ਦੀ ਬਰਾਮਦਗੀ ਵੀ ਹੋ ਗਈ ਹੈ, ਚੋਰ ਫੜੇ ਵੀ ਗਏ ਹੈ, ਇੱਥੋਂ ਤੱਕ ਕਿ ਸਾਰੀ ਚੀਜ਼ ਦੀ ਜਾਣਕਾਰੀ SSP ਬਰਨਾਲਾ ਨੂੰ ਵੀ ਹੈ। 30 ਤਰੀਕ ਨੂੰ ਸਵੇਰੇ ਉੱਥੇ 3 ਬੰਦੇ ਉਹਨੂੰ ਮਾਲ ਨੂੰ ਕੱਢਣ ਆਏ। ਆਲਰੇਡੀ ਉਹਨਾਂ ਦੀ ਕਾਰ 'ਚ ਕੁਝ ਮਾਲ ਪਾਇਆ ਹੋਇਆ ਸੀ, ਉੱਥੇ ਉਹਨਾਂ ਨੂੰ ਫੜ ਲਿਆ 3 ਬੰਦਿਆਂ ਨੂੰ। ਸੋ ਉਹਦੇ ਤੋਂ ਫਿਰ ਸਾਰੀ ਰਿਵੀਲ ਹੋਈ ਹੈ ਗੱਲ ਕਿ ਜੋ ਡਰਾਈਵਰ ਕਹਿੰਦਾ ਸੀ ਉਹ ਸੱਚੀ ਗੱਲ ਹੈ। ਇਹ ਜਿਹੜਾ SSP ਹੈ ਉੱਥੇ ਦਾ, ਉਹ ਰੋਟੀ ਟੁੱਕ ਚੁਗਦਾ ਇਹਦੇ ਰਜਿੰਦਰ ਗੁਪਤੇ ਦੇ। ਕਿਹੜੇ SSP ਦੀ ਗੱਲ ਕਰ ਰਹੇ? ਇਹ ਜਿਹੜੇ ਬਰਨਾਲੇ SSP ਲੱਗੇ ਹੋਏ ਆ, ਗੋਇਲ ਸਾਹਿਬ, ਸੰਦੀਪ ਗੋਇਲ ਜੀ, ਜਿਹੜਾ ਅਕਸਰ ਇਹਦੀ ਡੈਰੀ ਦੇ ਬਾਹਰ ਬੈਠਾ ਆਸ਼ੂ ਨਾਲ ਤਾਸ਼ ਖੇਡਦਾ ਪਾਇਆ ਜਾਂਦਾ ਸੀ। ਕਿਹੜੀਆਂ ਪੌੜੀਆਂ ਚੜ੍ਹ ਕੇ ਇੱਥੇ ਪਹੁੰਚਿਆ ਮੈਨੂੰ ਉਹ ਵੀ ਪਤਾ ਹੈ। ਇਹਦੀ ਮੈਂ ਬੈਂਸ ਦੇ ਕੇਸ ਦੀ ਪੈਰਵੀ ਤੋਂ ਰੋਕਣ ਲਈ ਇਸ ਲੁਕਵੇਂ ਮੰਤਵ ਦੇ ਨਾਲ ਇਹ ਕੇਸ ਕੀਤਾ ਤੇ ਮੈਂ ਖੌਫ ਨਹੀਂ ਖਾਂਦਾ। ਉਹ ਕਹਿ ਰਹੇ ਕਿ ਜਿਹੜੇ ਲੋਕਾਂ ਨੇ ਸਾਜ਼ਿਸ਼ ਕੀਤੀ ਹੈ ਉਹਨਾਂ ਦੇ ਨਾਲ ਤੁਹਾਡਾ ਨਾਲ ਵੀ ਕੋਈ ਨਮਸਤੇ ਦੁਆ ਸਲਾਮ ਹੋਵੇ, ਜਿਹਦੇ ਕਰਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹੋ। 420 ਹੈ ਜੀ, ਉਹ ਕਿਤੇ ਨਾ ਕਿਤੇ ਅਨਐਕਸੈਪਟੇਬਲ ਹੈ ਨਹੀਂ ਗੀ ਸਾਡੇ ਪ੍ਰੋਫੈਸ਼ਨ ਦੇ ਵਿੱਚ। ਮੈਂ ਇਹ ਮਜ਼ਾਕੀਆ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਮੈਂ ਐਡਾ ਕਮਜ਼ੋਰ ਆਦਮੀ ਨਹੀਂ ਹੈ ਕਿ ਇਹਨਾਂ ਦੇ ਇਸ ਕਿਸਮ ਦੇ ਮੂਰਖਾਨਾ ਕੇਸ ਤੋਂ ਮੈਂ ਡਰ ਜਾਊਂਗਾ। ਤੇਰੇ ਗੈਸਟ ਹਾਊਸ 'ਚ ਰਹਿੰਦਾ ਹੈ ਤੇ ਤੂੰ ਕੀ ਸੋਚਦਾ ਮੇਰੀ ਕੋਲਰ ਨੂੰ ਹੱਥ ਪਾ ਲਏਗਾ? ਇੱਕ ਸੌਖੇ ਛੱਡ ਦੂੰ ਮੈਂ ਇਹਨਾਂ ਨੂੰ, ਨਾ SSP ਤੇ ਨਾ ਇਹਨਾਂ ਨੂੰ ਦੋਨੇ ਹੱਥਾਂ ਨਾਲ ਲਾਉਂ ਮੈਂ। FIR ਮਾਮਲੇ 'ਚ ਜਿਹੜਾ ਐਡਵੋਕੇਟ ਹਰਜੋਤ ਸਿੰਘ ਹਰੀਕੇ ਵੱਲੋਂ ਹਰੀਸ਼ ਰਾਏ ਢਾਂਡਾ ਜੀ ਤੇ ਲਗਾਏ ਗਏ ਆਰੋਪਾਂ ਤੇ ਆਓ ਜਾਣਦੇ ਹਾਂ ਹਰੀਸ਼ ਰਾਏ ਢਾਂਡਾ ਜੀ ਕੀ ਕਹਿੰਦੇ। ਨਮਸਕਾਰ ਸਰ। ਨਮਸਕਾਰ ਜੀ। ਸਰ, ਤੁਹਾਡੇ ਤੇ ਆਰੋਪ ਲੱਗੇ ਹੈ, ਤੁਹਾਡੇ ਹੀ ਇੱਕ ਐਡਵੋਕੇਟ ਹੈਗੇ ਹੈ ਬਾਰ ਕਾਉਂਸਲ ਦੇ ਜਿਹੜੇ ਐਕਸ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਆਰੋਪ ਲਗਾਇਆ ਕਿ ਜਦੋਂ ਇੱਕ ਪਰਚਾ ਹੋ ਜਾਂਦਾ ਕਿਸੇ ਐਡਵੋਕੇਟ ਤੇ ਉਹ ਉਸ ਟਾਈਮ ਤੇ ਕੋਈ ਡੈਜ਼ਿਗਨੇਸ਼ਨ, ਜਿਵੇਂ ਕਿ ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਦੇ ਤੁਸੀਂ ਮੈਂਬਰ ਹੋ, ਤੁਹਾਨੂੰ ਉਸ ਤੋਂ ਰਿਜ਼ਾਈਨ ਕਰਨਾ ਪਏਗਾ, ਤੁਸੀਂ ਉਸ 'ਤੇ ਨਹੀਂ ਬਣੇ ਰਹਿ ਸਕਦੇ। ਇੱਦਾਂ ਦਾ ਕੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਹਰਜੋਤ ਜੀ ਨੂੰ ਸੋਝੀ ਦੀ ਕਮੀ ਹੈ। ਅੱਛਾ ਜੀ। ਬਦਕਿਸਮਤ ਹੈ, ਚਲੋ ਇਹ ਤਾਂ ਕੁਦਰਤੀ ਹੁੰਦੀ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ FIR ਇੱਕ ਲੁਕਵੇਂ ਮੰਤਵ ਨਾਲ ਭਾਰਤ ਭੂਸ਼ਣ ਆਸ਼ੂ ਤੇ ਸਿਮਰਜੀਤ ਸਿੰਘ ਬੈਂਸ ਨੇ ਕਰਵਾਈ ਹੈ ਜੀ। ਇਹ FIR ਕਰਵਾਉਣ ਵਾਲਾ ਜਿਹੜਾ ਉਹਦੀ ਜਿਹੜੀ ਟਰਾਂਸਪੋਰਟ ਦੇ ਵਿੱਚ ਗੁੱਡਸ ਲੁੱਟੇ ਗਏ ਸੀ ਗੁਜਰਾਤ 'ਚ ਜੀ, ਉਹਨਾਂ ਦੀ ਬਰਾਮਦਗੀ ਵੀ ਹੋ ਗਈ ਹੈ ਜੀ, ਚੋਰ ਫੜੇ ਵੀ ਗਏ ਹੈ ਜੀ, ਇੱਥੋਂ ਤੱਕ ਕਿ ਸਾਰੀ ਚੀਜ਼ ਦੀ ਜਾਣਕਾਰੀ SSP ਬਰਨਾਲਾ ਨੂੰ ਵੀ ਹੈ। ਜੀ, ਰਜਿੰਦਰ ਗੁਪਤਾ ਜੀ, ਜਿਹੜਾ ਟਰਾਈਡੈਂਟ ਦਾ ਮੈਨੇਜਿੰਗ ਡਾਇਰੈਕਟਰ ਹੈ, ਇਹਨੂੰ ਵੀ ਹੈ। ਜੀ, ਪਰ ਇਹ ਜਿਹੜਾ SSP ਹੈ ਉੱਥੇ ਦਾ, ਜੀ, ਉਹ ਰੋਟੀ ਟੁੱਕ ਚੁਗਦਾ ਇਹਦੇ ਓਕੇ, ਰਜਿੰਦਰ ਗੁਪਤੇ ਦੇ। ਜੀ, ਇਹਦੇ ਉੱਥੇ ਗੈਸਟ ਹਾਊਸ ਦੇ ਵਿੱਚ ਰਹਿੰਦਾ ਹੈ, ਜੀ, ਇਹਦੀਆਂ ਪੱਕੀਆਂ ਰੋਟੀਆਂ ਖਾਂਦਾ, ਜੀ, ਪਲੱਸ ਭਾਰਤ ਭੂਸ਼ਣ ਆਸ਼ੂ ਦਾ ਇਹ ਪੁਰਾਣਾ ਪਰਿਵਾਰਿਕ ਸੰਬੰਧ ਰੱਖਣ ਵਾਲਾ ਮਿੱਤਰ ਹੈ, ਜੀ, ਜਿਹੜਾ ਅਕਸਰ ਇਹਦੀ ਡੈਰੀ ਦੇ ਬਾਹਰ ਬੈਠਾ ਆਸ਼ੂ ਨਾਲ ਤਾਸ਼ ਖੇਡਦਾ ਪਾਇਆ ਜਾਂਦਾ ਸੀ। ਇਹ ਕਿਹੜੇ SSP ਦੀ ਗੱਲ ਕਰ ਰਹੇ ਹੋ? ਇਹ ਜਿਹੜੇ ਬਰਨਾਲੇ SSP ਲੱਗੇ ਹੋਏ ਆ, ਗੋਇਲ ਸਾਹਿਬ, ਸੰਦੀਪ ਗੋਇਲ ਜੀ। ਮੈਂ ਲੁਧਿਆਣੇ ਆ ਗਏ ਸ਼ਾਇਦ। ਨਹੀਂ ਲੁਧਿਆਣੇ ਨਹੀਂ ਆ ਗਏ। ਲੁਧਿਆਣੇ ਇਹਨਾਂ ਨੇ ਇੱਕ ਮਕਾਨ ਅਲਾਟ ਕਰਾਇਆ ਹੋਇਆ ਪਿੱਛੇ 15 ਸਾਲਾਂ ਦਾ। ਜੀ, ਨਹੀਂ ਹੁਣੇ ਰੀਸੈਂਟਲੀ ਸ਼ਾਇਦ ਟ੍ਰਾਂਸਫਰਸ ਹੋਈਆਂ ਤੇ ਉਹਦੇ ਵਿੱਚ ਨਾ ਇਹ ਇੱਕ ਲੁਧਿਆਣੇ ਦੀ ਜਾਣ ਕੇ ਇੱਕ ਛੋਟੀ ਮੋਟੀ ਜੀ ਪੋਸਟ ਆਪਣੇ ਲਈ ਕਰ ਲੈਂਦੇ ਆ।
ਇਹਨਾਂ ਦੇ ਮਕਾਨ ਖਾਲੀ ਕਰਨ ਲਈ ਰਖਵਾਕ ਦਾ ਕੇਸ ਚੱਲਦਾ ਹੈ, ਜਿਹੜਾ ਐਸਡੀਐਮ ਕੋਲ ਹੈ, ਤੇ ਭਾਰਤ ਭੂਸ਼ਣ ਆਸ਼ੂ ਨੇ ਉਸ ਕੇਸ ਨੂੰ ਵੀ ਰੁਕਵਾਇਆ ਹੋਇਆ ਹੈ, ਕਿਉਂਕਿ ਜੇ ਪੈਨਲਟੀ ਪੈਂਦੀ ਹੈ, ਪੈਨਲ ਰੈਂਟ ਲਿਆ ਜਾਂਦਾ ਤਾਂ 80-90 ਲੱਖ ਦੇਣਦਾਰੀ ਬਣੂਗੀ। ਇਹ ਉਹ ਬੰਦੇ ਹੈ ਆਸ਼ੂ ਦੇ ਸੰਬੰਧ ਰੱਖਣ ਵਾਲੇ, ਮੈਨੂੰ ਡਰਾਉਣ ਧਮਕਾਉਣ ਲਈ, ਮੈਨੂੰ ਬੈਂਸ ਦੇ ਕੇਸ ਦੀ ਪੈਰਵੀ ਤੋਂ ਰੋਕਣ ਲਈ ਇਸ ਲੁਕਵੇਂ ਮੰਤਵ ਦੇ ਨਾਲ ਇਹ ਕੇਸ ਕੀਤਾ ਤੇ ਮੈਂ ਖੌਫ ਨਹੀਂ ਖਾਂਦਾ। ਇਹ ਜਿਹੜੇ ਹਰਜੋਤ ਸਿੰਘ ਹਰੀਕੇ ਜੀ ਹੈ, ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਨਿੱਜੀ ਰੰਜਿਸ਼ ਹੋਣੀ ਹੈ ਇਲੈਕਸ਼ਨ ਹਾਰਨ ਦੇ ਬਾਅਦ, ਕਿਉਂਕਿ ਇਹ ਬਾਰ ਕੌਂਸਲ ਦੀ ਇਲੈਕਸ਼ਨ ਲੜੇ ਸੀਗੇ, ਇਹਨਾਂ ਨੂੰ ਜਿੱਤਣ ਦੀ ਆਸ ਸੀ ਤੇ 70-80 ਵੋਟਾਂ ਇਹਨਾਂ ਨੂੰ ਪਈਆਂ ਸੀਗੀਆਂ। ਦੇਖੋ ਉਹਦੇ 'ਚ ਮੇਰਾ ਕੋਈ ਕਸੂਰ ਨਹੀਂ ਹੈ, ਇਲੈਕਸ਼ਨ ਲੜਨੀ ਹੈ, ਇੱਕ ਨੇ ਜਿੱਤਣੀ ਹੈ, ਪਰ ਜੇ ਇਲੈਕਸ਼ਨ ਲੜਨ ਦੇ ਬਾਅਦ ਤੁਸੀਂ ਆਪਣੀ ਨਿੱਜੀ ਰੰਜਿਸ਼ ਇਸ ਢੰਗ ਨਾਲ ਕੱਢੋ, ਇਹ ਜੱਚਦੀ ਨਹੀਂ, ਸ਼ੋਭਦੀ ਵੀ ਨਹੀਂ ਹੈ। ਤੇ ਹੁਣ ਜਿਹੜੀ ਨਵੀਂ ਕਚਹਿਰੀ ਬਣਨ ਦੀ ਗੱਲ ਕਰਦੇ ਆ, ਇਹ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਪਲਾਨ ਗਿਆਨੀ ਜ਼ੈਲ ਸਿੰਘ ਜੀ ਦੇ ਟਾਈਮ ਹੋਇਆ ਸੀ। 1971 ਦੇ ਵਿੱਚ ਇਹ ਸ਼ਿਫਟ ਹੋ ਗਈ ਸੀ ਉੱਥੇ ਕੋਰਟਸ, ਜੁਡੀਸ਼ੀਅਲ ਕੰਪਲੈਕਸ ਬਣਨਾ ਰਹਿ ਗਿਆ ਸੀ, ਜਿਹੜਾ ਜੁਡੀਸ਼ੀਅਲ ਕੰਪਲੈਕਸ ਦਾ ਇੱਕ ਪਾਰਟ ਸਰਦਾਰ ਬੇਅੰਤ ਸਿੰਘ ਦੇ ਟਾਈਮ ਬਣਿਆ। ਉਹ ਜਿਹੜੀਆਂ ਪਿਛਲੀਆਂ ਕੋਰਟਸ ਹੈ, ਉਹ ਸਰਦਾਰ ਬੇਅੰਤ ਸਿੰਘ ਦੇ ਟਾਈਮ ਨਾ ਮੈਂ ਐਮਐਲਏ ਸੀ ਨਾ ਕੁਛ ਸੀ। ਫਿਰ ਦੂਜਾ ਪਾਰਟ ਹੈ ਜਿਹੜਾ, ਉਹ ਬਿਲਡਿੰਗ ਬਣ ਗਈ ਜਦ ਮੈਂ ਪ੍ਰਧਾਨ ਵੀ ਨਹੀਂ ਸੀ, ਤੇ ਜਦ ਮੈਂ ਪ੍ਰਧਾਨ ਬਣਿਆ ਤੇ ਫਿਰ ਮੈਂ ਚੈਂਬਰ ਬਣਾਉਣ ਲਈ ਜ਼ਰੂਰ 4 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਆਪਣੇ ਰਸੂਖ ਅਸਰ ਨਾਲ ਲੈ ਕੇ ਆਇਆ ਸੀ। ਮੈਂ ਬਾਦਲ ਸਾਹਿਬ ਦਾ ਰਿਣੀ ਹੈ, ਉਹਨਾਂ ਨੇ ਉਦੋਂ 4 ਕਰੋੜ ਦਿੱਤਾ ਤੇ 4 ਕਰੋੜ ਇੱਕ ਇਲਜ਼ਾਮ ਲਗਾਇਆ ਕਿ ਕਿਉਂਕਿ ਤੁਸੀਂ ਜਿਵੇਂ ਐਜ਼ ਏ ਪ੍ਰਧਾਨ ਸੀਗੇ, ਐਜ਼ ਏ ਜਦੋਂ ਬਾਰ ਕਾਉਂਸਲ ਦੇ, ਤੇ ਕਿਉਂਕਿ ਤੁਸੀਂ ਪ੍ਰਧਾਨ ਸੀਗੇ ਤੇ ਕਹਿੰਦੇ ਪ੍ਰਧਾਨ ਦੀ ਬੜੀ ਵੱਡੀ ਇੱਕ ਭੂਮਿਕਾ ਹੁੰਦੀ ਹੈ, ਕਹਿੰਦੇ ਕਿ 14 ਏਕੜ ਜਗ੍ਹਾ ਦੇ ਬਦਲੇ ਸਿਰਫ ਇੱਥੇ 4 ਏਕੜ ਜਗ੍ਹਾ ਮਿਲੀ, ਉਹ ਕਰੋੜਾਂ ਦੀ ਸੀਗੀ, ਉਹਦੇ ਬਦਲੇ ਸਰਕਾਰ ਨੇ ਕਾਫੀ 500 ਕਰੋੜ ਰੁਪਇਆ ਸ਼ਾਇਦ ਇਕੱਠਾ ਕਰ ਲਿਆ। ਤੇ ਜਦ ਕਿ ਜੇ ਐਜ਼ ਏ ਬਾਰ ਕਾਉਂਸਲ ਦਾ ਪ੍ਰਧਾਨ ਅੜ ਜਾਂਦਾ, ਕਿਉਂਕਿ ਉਹ ਅਲਾਟ ਹੋਈ ਸੀ ਵਕੀਲਾਂ ਨੂੰ, ਤੇ ਘੱਟੋ ਘੱਟ ਅੱਧੇ ਪੈਸੇ ਬਾਰ ਕਾਉਂਸਲ ਨੂੰ ਮਿਲਦੇ, ਜਿਹਦੇ ਨਾਲ ਬਾਰ ਕਾਉਂਸਲ ਕਿਤੇ ਵੀ ਰਹਿ ਕੇ ਜਿਹੜਾ ਹੈਗਾ ਇੱਕ ਐਡਵੋਕੇਟਸ ਲਈ ਜਾਂ ਪੂਰੀ ਚੈਂਬਰ ਲਈ ਬਹੁਤ ਵੱਡਾ ਏਰੀਆ ਖਰੀਦਿਆ ਜਾ ਸਕਦਾ ਸੀ ਸਰਕਾਰ ਤੋਂ ਹੀ। ਤੇ ਅੱਜ ਦੂਰਦਸ਼ਾ ਹੀ, ਨੂਰ ਨਸ਼ਾ ਹੀ, ਕੋਈ ਨੂਰੋ ਨੁਹਾਰ ਹੀ ਹੋਰ ਚੀਜ਼ ਹੁੰਦਾ। ਪਰ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਦੇ ਸਾਰੇ ਐਡਵੋਕੇਟ ਬਰਾਦਰੀ ਨਾਲ ਧੋਖਾ ਕੀਤਾ, ਇੱਦਾਂ ਦੇ ਆਰੋਪ ਲਗਾਏ। ਮੈਂ ਇਹ ਮਜ਼ਾਕੀਆ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਇਹ ਚਲੋ ਕੀ ਕਹਿਣਾ, ਮੇਰੇ ਮਹਿਰੂਮ ਦੋਸਤ ਦਾ ਬੇਟਾ ਹੈ, ਇਹਨਾਂ ਦੇ ਪਿਤਾ ਜੀ ਨਾਲ ਮੇਰਾ ਬੜਾ ਪਿਆਰ ਸੀ, ਮੈਂ ਉਹਨਾਂ ਦੇ ਬੜੇ ਕੇਸ ਵੀ ਕੀਤੇ ਹੈ। ਇਹ ਬੱਚਾ ਆਪਣੀ ਬੁੱਧੀ ਦਾ ਹੈ ਤੇ ਇਹ ਅਜੀਬ ਜਿਹੀਆਂ ਗੱਲਾਂ ਕਰਦਾ ਹੈ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਇੱਕ ਸਰ ਉਹਨਾਂ ਨੇ ਤੁਹਾਡੇ ਹੀ ਜਿਹੜਾ ਤੁਸੀਂ ਇੱਕ ਕੇਸ ਕੀਤਾ, ਜਿਹੜੇ ਕੇਸ ਦੇ ਵਿੱਚ ਤੁਹਾਡੇ ਤੇ ਪਰਚਾ ਇਹਨਾਂ ਨੇ ਕੀਤਾ ਹੈ, ਉਸ ਤੋਂ ਪਹਿਲਾਂ ਜਿਹੜਾ ਤੁਸੀਂ FIR ਕਰਾਈ ਹੈ ਉਹਦੇ ਤੇ ਉਹਨਾਂ ਨੇ ਉਂਗਲੀਆਂ ਚੱਕੀਆਂ। ਉਹਨਾਂ ਨੇ ਕਿਹਾ ਕਿ ਜੇ ਉਹ ਚੋਰੀ ਹੋ ਗਿਆ ਸੀ ਸਮਾਨ ਔਰ ਤੁਸੀਂ ਬਰਾਮਦ ਕੀਤਾ ਹੈ, ਤੇ ਤੁਸੀਂ ਆਪਣੇ ਹੀ ਜਿਹੜਾ ਡਰਾਈਵਰ, ਜਿਹੜਾ ਟਰੱਕ ਡਰਾਈਵਰ ਸੀ, ਜਿਹਨੇ ਇੱਕ ਜਿਹੜਾ ਸੈਣੀ ਨਾਮ ਦਾ ਇੱਕ ਟਰੱਕ ਡਰਾਈਵਰ ਸੀ, ਉਹਦੇ ਤੇ ਹੀ ਪਰਚਾ ਕਿਉਂ ਕਰਾਇਆ? ਕਹਿੰਦੇ ਇਹਨਾਂ ਦੀ ਮਿਲੀ ਹੋਈ ਸਾਜ਼ਿਸ਼ ਸੀ ਇਹ ਸਾਰੀ, ਕਿਉਂਕਿ ਢਾਂਡਾ ਸਾਹਿਬ ਬਹੁਤ ਵੱਡੇ ਪੱਧਰ ਦੇ ਵਕੀਲ ਹੈ, ਉਹ ਸੂਝ-ਬੂਝ ਬਹੁਤ ਵਧੀਆ ਰੱਖਦੇ ਆ, ਕਹਿੰਦੇ ਸਾਰਾ ਤਾਣਾ ਬਾਣਾ ਉਹਨਾਂ ਦਾ ਆਪਣਾ ਹੀ ਬੁੱਝਿਆ ਹੋਇਆ। ਇਹ ਵਕੀਲ ਸਾਹਿਬ ਨੂੰ ਮੈਂ ਅੱਜ ਤੱਕ ਕਚਹਿਰੀ 'ਚ ਕੇਸ ਕਰਦੇ ਨਹੀਂ ਦੇਖਿਆ। ਮੈਨੂੰ ਬੜੀ ਸ਼ਰਮ ਆਉਂਦੀ ਹੈ ਜੇ ਮੈਨੂੰ ਇਹ ਗੱਲ ਕਹਿਣੀ ਪੈਂਦੀ ਹੈ, ਮੈਂ ਕਹਿਣਾ ਨਹੀਂ ਚਾਹੁੰਦਾ। ਇਹਨਾਂ ਨੂੰ ਕੁਝ ਸਮਝ ਨਹੀਂ ਹੈ, ਸ਼ਾਇਦ ਇਹ ਡਿਸਾਈਫਰ ਨਹੀਂ ਕਰ ਸਕਦੇ ਕੀ ਹੈ। ਜਿਹੜੀ FIR ਸਾਡੇ ਮੈਨੇਜਰ ਨੇ ਇੱਕ ਨੇ ਕਰਾਈ ਹੈ, ਉਹਨੇ ਕਲੀਅਰ ਕਿਹਾ ਹੈ ਕਿ ਇਹ ਬੰਦੇ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਬੇਹੋਸ਼ ਕਰਕੇ ਧੋਖੇ ਨਾਲ ਕੁਝ ਖਿਲਾ ਕੇ ਇਹ ਟਰੱਕ ਲੈ ਕੇ ਲੁੱਟ ਲਿਆ। ਤੇ ਅਸੀਂ FIR 'ਚ ਲਿਖਿਆ ਕਿ ਇਹਦਾ ਇਹ ਵਰਸ਼ਨ ਹੈ ਤੇ ਸਾਨੂੰ ਇਹ ਸ਼ੱਕ ਹੈ ਕਿਤੇ ਇਹ ਮਿਲਿਆ ਨਾ ਹੋਵੇ। ਉਸ ਟਾਈਮ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਕਿੱਥੇ ਮਾਲ ਗਿਆ ਕਿੱਥੇ ਨਹੀਂ ਗਿਆ। ਇਹ 13 ਤਰੀਕ ਦੀ ਅਸੀਂ ਕੰਪਲੇਂਟ ਲਗਾਤਾਰ ਕਰ ਰਹੇ ਹਾਂ। ਅਲਟੀਮੇਟਲੀ ਪ੍ਰਾਈਮ ਮਿਨਿਸਟਰ ਤੇ CM ਦੀ ਇੰਟਰਵੈਂਸ਼ਨ ਨਾਲ ਇਹ ਕੇਸ ਰਜਿਸਟਰ ਹੋਇਆ ਉੱਥੇ 20 ਮਾਰਚ ਨੂੰ ਜਦ ਕੇਸ ਰਜਿਸਟਰ ਹੋਇਆ, ਪੁਲਿਸ ਨੇ ਫਿਰ ਇਹਦੀ ਪੈਰਵੀ ਕਰਨੀ ਸ਼ੁਰੂ ਕੀਤੀ। ਕਰਦੇ 27 ਤਰੀਕ ਤੋਂ ਲੀਡਸ ਮਿਲਣੀਆਂ ਸ਼ੁਰੂ ਹੋਈਆਂ। ਇਹ ਟਰੱਕ ਨੂੰ ਹੀ ਇਹਨੂੰ ਬੇਹੋਸ਼ ਕਰਕੇ ਟਰੱਕ ਲੈ ਗਏ ਸੀ, ਉਹ ਲਿਜਾ ਕੇ 200 ਕਿਲੋਮੀਟਰ ਦੂਰ ਇੱਕ ਸ਼ਹਿਰ ਦੇ ਵਿੱਚ ਉੱਥੇ ਗੋਡਾਊਨ 'ਚ ਮਾਲ ਲਾਇਆ। ਇਹ CCTV ਕੈਮਰੇ ਤੇ ਜਿਹੜੀ ਟੈਲੀਫੋਨ ਦੀਆਂ ਕਾਲ ਡਿਟੇਲਸ, ਟਾਵਰ ਲੋਕੇਸ਼ਨਸ, ਫਿਰ ਅਲਟੀਮੇਟਲੀ ਉਸ ਇੰਡਸਟਰੀਅਲ ਏਰੀਏ ਦੇ ਵਿੱਚ ਇੱਕ ਫੈਕਟਰੀ ਦਾ ਪੁਲਿਸ ਵਾਲਿਆਂ ਨੇ ਉਹ CCTV ਕੈਮਰੇ ਕੱਢੇ। ਅਲਟੀਮੇਟਲੀ ਇੱਕ ਫੈਕਟਰੀ 'ਚ ਐਂਟਰ ਹੁੰਦਾ ਟਰੱਕ 29 ਤਰੀਕ ਨੂੰ
ਇਹਨਾਂ ਨੂੰ ਪਾਇਆ ਗਿਆ। 29 ਤਰੀਕ ਨੂੰ ਪੁਲਿਸ ਨੇ ਰਾਤ ਨੂੰ ਉਸ ਫੈਕਟਰੀ ਦੇ ਉੱਤੇ ਪਲੇਨ ਕਲੋਥ 'ਚ ਪੁਲਿਸ ਲਵਾਤੀ। 30 ਤਰੀਕ ਨੂੰ ਸਵੇਰੇ ਉੱਥੇ 3 ਬੰਦੇ ਉਹਨੂੰ ਮਾਲ ਨੂੰ ਕੱਢਣ ਆਏ। ਆਲਰੇਡੀ ਉਹਨਾਂ ਦੀ ਕਾਰ 'ਚ ਕੁਝ ਮਾਲ ਪਾਇਆ ਹੋਇਆ ਸੀ, ਉੱਥੇ ਉਹਨਾਂ ਨੂੰ ਫੜ ਲਿਆ 3 ਬੰਦਿਆਂ ਨੂੰ। ਸੋ ਉਹਦੇ ਤੋਂ ਫਿਰ ਸਾਰੀ ਰਿਵੀਲ ਹੋਈ ਹੈ ਗੱਲ ਕਿ ਜੋ ਡਰਾਈਵਰ ਕਹਿੰਦਾ ਸੀ ਉਹ ਸੱਚੀ ਗੱਲ ਹੈ ਕਿ ਉਹ ਕਰੈਕਟ ਸੀਗੀ। ਐਂਡ ਹੋ ਸਕਦਾ ਉਹ ਡਰਾਈਵਰ ਨੂੰ ਵੀ ਪੁਲਿਸ ਵਾਲੇ ਇਸ ਕੇਸ 'ਚੋਂ ਬੇਗੁਨਾਹ ਕਰ ਦੇਣ, ਕਿਉਂਕਿ ਉਹ ਡਰਾਈਵਰ ਦਾ ਡਾਇਰੈਕਟ ਕੋਈ ਰੋਲ ਨਹੀਂ ਹੈ ਇਹਦੇ ਵਿੱਚ। ਉਹ ਓਨਰ ਕਮ ਡਰਾਈਵਰ ਸੀ ਉਸ ਟਾਈਮ ਦਾ। ਉਹ ਜਿਹੜਾ ਡਰਾਈਵਰ ਆ ਉਹ ਸਾਡਾ ਡਰਾਈਵਰ ਨਹੀਂ ਸੀਗਾ। ਇਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ। ਉਹ ਅਸੀਂ ਆਊਟਸੋਰਸ ਕਰਕੇ ਇੱਕ ਜੇਪੀ ਟਰਾਂਸਪੋਰਟਸ ਹੈ ਉਹਨਾਂ ਤੋਂ ਇਹ ਟਰੱਕ ਲਿਆ ਸੀ। ਇਹ ਨਹੀਂ 2 ਹੋਰ ਟਰੱਕ, 3 ਟਰੱਕ ਉਹਨਾਂ ਦੇ ਸੀ। ਇੱਕ ਟਰੱਕ ਸਾਡਾ ਓਨਡ ਸੀ, ਇਹ ਟਰੱਕ ਸਾਡਾ ਓਨਡ ਨਹੀਂ ਹੈ। ਇਹਨੂੰ ਹਰਜੋਤ ਜੀ ਵਿਚਾਰਿਆਂ ਨੂੰ ਨਾ ਇੱਕ ਪ੍ਰੋਬਲਮ ਹੈ। ਇਹਨਾਂ ਨੇ ਮੂੰਹ ਖੋਲ ਕੇ ਬਹੁਤ ਕੁਝ ਬੋਲਣਾ ਹੁੰਦਾ ਹੈ। ਜੇ ਨਾ ਬੋਲਣ ਅੱਛਾ ਹੈ ਵਿਚਾਰਾ, ਕਈ ਗੱਲਾਂ 'ਚ ਬਹੁਤ ਬੀਬਾ ਮੁੰਡਾ ਹੈ, ਪਰ ਕਈ ਗੱਲਾਂ 'ਚ ਇਹਦੇ ਨਾਲ ਪੋਪੂਲੈਰਿਟੀ ਨਹੀਂ ਮਿਲਦੀ। ਜੇ ਸੋਚਣ ਕਿ ਇਹੋ ਜਿਹੀਆਂ ਗੱਲਾਂ ਕਰਕੇ ਪੋਪੂਲੈਰਿਟੀ ਮਿਲ ਜੂਗੀ, ਇਹਨਾਂ ਨੂੰ ਪੋਪੂਲੈਰਿਟੀ ਨਹੀਂ ਮਿਲਦੀ ਹੁੰਦੀ। ਬੰਦੇ ਨੂੰ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ। ਛੋਟਾ ਵੀਰ ਹੈ, ਇਹਨੂੰ ਪਤਾ ਨਹੀਂ ਕਿਉਂ ਹੁਣ ਜੇ ਮੇਰੇ ਤੋਂ ਐਡਵਾਈਸ ਲਵੇ ਜ਼ਰੂਰ ਕਹੂੰਗਾ ਕਿ ਕਿਉਂ ਇਹੋ ਜਿਹੀਆਂ ਗੱਲਾਂ ਕਰਨੀਆਂ। ਕੱਲ੍ਹ ਜੇ ਜਿਵੇਂ ਤੁਸੀਂ ਇੱਕ ਹੋਰ ਚੀਜ਼ ਕਹੀ ਹੈ ਕਿ ਉਹਨਾਂ ਨੇ ਸਵਾਲ ਚੱਕਿਆ ਕਿ ਜੇ 30 ਤਰੀਕ ਨੂੰ ਜਿਵੇਂ ਤੁਸੀਂ ਦੱਸਿਆ ਕਿ ਸਾਰਾ ਸਮਾਨ ਫੜਿਆ ਹੀ ਗਿਆ ਸੀਗਾ ਔਰ ਤੁਸੀਂ ਜਿਹੜੇ ਟਰਾਈਡੈਂਟ ਦੇ MD ਹੈਗੇ ਉਹਨਾਂ ਨੂੰ ਵੀ ਸਾਰੀ ਇਨਫੋਰਮੇਸ਼ਨ ਦੇਤੀ ਸੀ, ਉਹਨਾਂ ਨੂੰ ਵੀ ਪਤਾ ਸੀ, ਫਿਰ ਉਹਨਾਂ ਨੇ 5 ਤਰੀਕ ਨੂੰ 5 ਦਿਨ ਜਾਂ 6 ਦਿਨ ਬਾਅਦ ਸਮਾਨ ਜਬ ਸਾਰਾ ਬਰਾਮਦ ਹੋਣ ਦੇ ਬਾਅਦ ਇਹ ਇੱਦਾਂ ਦੇ ਕਦਮ ਕਿਉਂ ਚੱਕੇ? ਔਰ ਖਾਸ ਕਰਕੇ ਜਦੋਂ ਤੁਹਾਡੇ ਉਹ ਵੀ ਬਾਦਲ ਸਰਕਾਰ 'ਚ ਐਜ਼ ਏ ਬੋਰਡ 'ਤੇ ਚੇਅਰਮੈਨ ਰਹੇ ਔਰ ਤੁਸੀਂ ਵੀ ਸੰਸਦੀय ਸਚਿਵ ਰਹੇ ਹੋ, ਇਹੋ ਜਿਹੇ ਨੇੜਤਾ ਔਰ ਸੇਮ ਸ਼ਹਿਰਦਾਰ ਹੋਣ ਦੇ ਬਾਵਜੂਦ ਇਹੋ ਜਿਹੇ ਕਟੁਰ ਸੰਬੰਧ ਕਿਉਂ? ਨਹੀਂ, ਕਟੜ ਸੰਬੰਧ ਦੀ ਗੱਲ ਨਹੀਂ ਹੈ। ਦੇਖੋ ਇਕੱਲਾ ਇਹੀ ਨਹੀਂ ਹੈ, ਇਹਨਾਂ ਨੂੰ ਪਤਾ ਸੀ। ਦੇਖੋ 16 ਤਰੀਕ ਨੂੰ ਅਸੀਂ ਰਿਟਨ ਕੰਪਲੇਂਟ ਕਰਦੇ ਹਾਂ, ਉਹਦੀ ਕਾਪੀ SSP ਬਰਨਾਲਾ ਨਾਲ ਸ਼ੇਅਰ ਕਰਦੇ ਹਾਂ। ਇਹਨੂੰ ਕਹਿੰਦੇ ਹਾਂ ਕਿ ਤੂੰ ਸਾਡੀ ਮਦਦ ਕਰ, ਉੱਥੇ ਪੁਲਿਸ ਸਾਡੀ ਕਰਦੀ ਨਹੀਂ। ਫਿਰ ਅਲਟੀਮੇਟਲੀ ਅਸੀਂ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਤੇ CM ਨੂੰ ਇੰਟਰਵੈਂਸ਼ਨ ਕਰਕੇ ਉਹ ਮੇਲਸ ਉਹਨਾਂ ਦੀਆਂ ਅੱਗੇ ਗਈਆਂ ਤੇ ਉੱਥੇ ਦੇ ਹੋਮ ਮਿਨਿਸਟਰ ਨੂੰ ਮਿਲੇ ਤੇ 20 ਤਰੀਕ ਨੂੰ FIR ਹੋਈ। ਉਹ FIR ਵੀ ਟਰਾਈਡੈਂਟ ਨਾਲ ਵੀ ਸ਼ੇਅਰ ਕੀਤੀ, SSP ਨਾਲ ਵੀ ਸ਼ੇਅਰ ਕੀਤੀ, CIA ਸਟਾਫ ਬਰਨਾਲੇ ਦੇ ਨਾਲ SHO ਨਾਲ ਵੀ ਸ਼ੇਅਰ ਉਸ ਦੌਰਾਨ ਤੱਕ ਕੀ ਰਜਿੰਦਰ ਗੁਪਤਾ ਜੀ ਤੁਹਾਡੇ ਨਾਲ ਇੰਟਰੈਕਚੁਅਲ ਕਰ ਰਹੇ ਸੀ? ਕੋਈ ਇੰਟਰੈਕਸ਼ਨ ਦੀ ਲੋੜ ਹੀ ਨਹੀਂ ਸੀ। ਆਫੀਸ਼ੀਅਲ 1-to-1 ਸਾਡਾ ਮੈਨੇਜਿੰਗ ਪਾਰਟਨਰ ਉਹ ਮੇਲਸ ਕਰਕੇ ਉਹਨਾਂ ਨੂੰ ਅਪਡੇਟ ਕਰਦਾ ਸੀ ਉਹਨਾਂ ਦੇ ਸਾਰੇ ਆਫਿਸਰਸ ਨੂੰ। ਰਜਿੰਦਰ ਗੁਪਤਾ ਜੀ ਦਾ ਇੱਕ ਬੰਦਾ ਸੁਨੀਲ ਗੁਪਤਾ ਹੈਗਾ, ਉਹ 13 ਤਰੀਕ ਨੂੰ ਮੌਕਾ ਵਾਰਦਾਤ ਤੇ ਪਹੁੰਚਿਆ, ਉੱਥੇ 2 ਦਿਨ ਰਿਹਾ। ਜਿਹੜੀ ਉਹ ਕੰਪਲੇਂਟ ਕੀਤੀ ਹੈ, ਜਿਹੜਾ ਡਰਾਈਵਰ ਦਾ ਨਾਮ ਲਿਖਿਆ ਇਹਨਾਂ ਦੇ ਕਹੇ ਤੇ ਲਿਖਿਆ, ਹਾਲੇ ਕਿ ਅਸੀਂ ਕਹਿੰਦੇ ਸੀ ਉਹ ਇਨੋਸੈਂਟ ਹੈ, ਕਹਿੰਦੇ ਨਹੀਂ ਉਹਦਾ ਨਾਮ ਵਿੱਚ ਲਿਖੋ। ਇਹਨਾਂ ਦੇ ਕਹੇ ਤੇ ਇਹਨਾਂ ਦਾ ਬੰਦਾ ਨਾਲ ਜਾ ਕੇ ਉੱਥੇ ਕੰਪਲੇਂਟ ਦੇ ਕੇ ਆਇਆ। ਫਿਰ ਇਹਨਾਂ ਨੂੰ 29 ਤਰੀਕ ਨੂੰ ਦੱਸਿਆ ਕਿ ਮਾਲ ਆਇਡੈਂਟੀਫਾਈ ਕਰ ਲਿਆ ਕਿੱਥੇ ਹੈ, ਜਲਦੀ ਪੁਲਿਸ ਰਿਕਵਰ ਕਰ ਲੂਗੀ। ਫਿਰ 30 ਤਰੀਕ ਨੂੰ ਪੁਲਿਸ ਨੇ ਸਵੇਰੇ, ਜਿਵੇਂ ਮੈਂ ਦੱਸਿਆ ਰਾਤ ਨੂੰ ਉਹਨਾਂ ਨੇ ਉੱਥੇ ਪਹਿਰਾ ਲਾਤਾ ਤੇ ਸੀਕ੍ਰੇਟ ਜਦ ਸਵੇਰੇ ਬੰਦੇ ਆਏ ਤਾਂ ਉਹ ਫੜ ਲਏ ਦਬੋਚੇ ਪੁਲਿਸ ਨੇ। ਉਹ 30 ਤਰੀਕ ਨੂੰ ਉਹਨਾਂ ਦਾ ਪੰਚਨਾਮਾ ਬਣਿਆ, ਇੱਕ ਗੁੱਡਸ ਦੀ ਪ੍ਰਾਈਸ ਲਿਖੀ ਹੈ, ਉਹ ਸ਼ੇਅਰ ਕੀਤੀ ਇਹਨਾਂ ਨਾਲ, ਉਹ SSP ਨਾਲ ਸ਼ੇਅਰ ਕੀਤੀ, ਉਹ SHO ਨਾਲ ਸ਼ੇਅਰ ਕੀਤੀ। ਪਰ ਹੁਣ ਦੇਖੋ ਜਿਹੜੀਆਂ ਮਿੱਤਰਤਾ ਇਹਨਾਂ ਦੀਆਂ ਆਸ਼ੂ ਨਾਲ ਆ, ਹੁਣ ਕ੍ਰਿਕਟ ਦੀਆਂ ਪਈਆਂ ਹੋਈਆਂ, ਇਹ ਕਿਟਸ ਇਹਨਾਂ ਦੀਆਂ ਜਾਂਦੀਆਂ। ਆਸ਼ੂ ਨੇ ਕ੍ਰਿਕਟ ਐਸੋਸੀਏਸ਼ਨ 'ਤੇ ਕਬਜ਼ਾ ਕੀਤਾ ਹੋਇਆ, ਹੁਣ ਉਹ ਇਕੱਠੇ ਰਲ ਕੇ ਜਿਹੜੇ ਕੰਮ ਕਰਦੇ ਆ ਤੇ ਆਸ਼ੂ ਜੀ ਨੇ ਸੋਚਦੇ ਆ ਕਿ ਮੈਂ ਬੈਂਸ ਨੂੰ ਬਚਾ ਲੂੰਗਾ। ਉਹ ਭੁਲੇਖਿਆਂ 'ਚ ਹੈ, ਇੱਦਾਂ ਬੈਂਸ ਨਹੀਂ ਬਚਦੇ। ਮੈਂ ਐਡਾ ਕਮਜ਼ੋਰ ਆਦਮੀ ਨਹੀਂ ਹੈ ਕਿ ਇਹਨਾਂ ਦੇ ਇਸ ਕਿਸਮ ਦੇ ਮੂਰਖਾਨਾ ਕੇਸ ਤੋਂ ਮੈਂ ਡਰ ਜਾਊਂਗਾ। ਇਹਦੀ ਹਾਈ ਕੋਰਟ 'ਚ ਕੁਐਸ਼ਿੰਗ ਪੈ ਚੁੱਕੀ ਹੈ, ਹਾਈ ਕੋਰਟ ਨੇ ਇਹਦੇ 'ਚ ਸਟੇ ਵੀ ਜਾਰੀ ਕਰਤਾ ਹੈ ਤੇ ਇਹਨੂੰ ਮੈਂ ਰਜਿੰਦਰ ਗੁਪਤਾ ਜੀ ਨੂੰ, ਮੇਰੀ ਫਰਮ ਦੇ ਮੈਨੇਜਿੰਗ ਪਾਰਟਨਰ ਨੇ ਨੋਟਿਸ ਵੀ ਕੱਢ ਦਿੱਤੇ हैं। ਇਹ ਦੇਖੋ ਲਾਅ ਵਿਲ ਟੇਕ ਇਟਸ ਓਨ ਕੋਰਸ। ਕਿਸ ਤਰ੍ਹਾਂ ਦੇ ਨੋਟਿਸ ਕੱਢੇ ਤੁਸੀਂ ਉਹਨਾਂ ਨੂੰ? ਕਿ ਹੁਣ 18 ਲੱਖ ਅਸੀਂ ਉਹਨਾਂ ਤੋਂ ਲੈਣਾ ਸੀ, ਉਹਨੇ ਡੈਬਿਟ ਨੋਟਸ ਪਾਤੇ 20 ਲੱਖ ਦੇ ਮਾਲ ਦੇ। ਉਹਨਾਂ ਨੂੰ ਪਤਾ ਮਾਲ ਰਿਕਵਰ ਹੋ ਗਿਆ ਤਾਂ ਕਾਹਦੇ ਡੈਬਿਟ ਨੋਟਸ? ਬੈਂਕ ਗਰੰਟੀ ਸੀ 3 ਲੱਖ ਦੀ, ਉਹ ਇਨਵੋਕ ਕਰ ਲਈ। ਫਿਰ ਜਿਹੜਾ ਇਹਨਾਂ ਦਾ ਮੁਲਾਜ਼ਮ ਉੱਥੇ ਜਾ ਕੇ ਆਇਆ ਗੁਜਰਾਤ, ਉਹਦਾ 40,000 ਖਰਚਾ ਪਾਤਾ ਕਿ ਉਹ ਵੀ ਖਰਚਾ ਤੁਸੀਂ ਦਿਓ। ਮਤਲਬ ਰਜਿੰਦਰ ਗੁਪਤਾ ਨਾ ਕੀ ਹੈ, ਮੈਂ ਇਹਨਾਂ ਦਾ ਬਹੁਤ ਸਾਰਾ ਪਿਛੋਕੜ ਜਾਣਦਾ। ਨੌਰ ਚੰਦ ਦੇ ਪਿਤਾ ਜੀ ਨੂੰ ਵੀ ਜਾਣਦਾ ਮੈਂ ਉਹਨਾਂ ਨੂੰ ਮਿਲਿਆ ਵੀ ਹਾਂ, ਨੌਰ ਚੰਦ ਜੀ ਨੂੰ। ਇਹ ਬਰਨਾਲੇ ਦੇ ਆ। ਮੈਂ ਇਹਨਾਂ ਦਾ ਰਾਈਜ਼ ਇੱਕ ਆੜਤ ਦੀ ਦੁਕਾਨ ਤੋਂ ਇੱਥੇ ਹੁੰਦਾ ਵੀ ਦੇਖਿਆ। ਇਹਦਾ ਮਿੱਤਰਤਾ ਬਰਨਾਲਾ ਸਾਹਿਬ ਨਾਲ, ਕਿੱਦਾਂ ਬਰਨਾਲਾ ਸਾਹਿਬ ਦੇ ਥਰੂ ਫੈਕਟਰੀ, ਕਿੱਦਾਂ ਫਿਰ ਕਾਮਰੇਡ ਸੁਰਜੀਤ ਦੇ ਨਾਲ ਇਹਨਾਂ ਦੀ ਮਿੱਤਰਤਾ, ਕਿਹੜੀਆਂ ਪੌੜੀਆਂ ਚੜ੍ਹ ਕੇ ਇੱਥੇ ਪਹੁੰਚੇ ਮੈਨੂੰ ਉਹ ਵੀ ਪਤਾ ਹੈ। ਇਹਦੀ ਮੈਂ ਪੂਰੇ ਤੰਦਾਂ ਨੂੰ ਜਾਣਦਾ ਕਿੱਥੋਂ ਪਹੁੰਚੇ ਆ। ਤੇ ਜੇ ਬੰਦਾ ਕੋਲ ਪੈਸਾ ਆ ਜਾਵੇ, ਉਹ ਇਹ ਸੋਚਣ ਲੱਗ ਜਾਵੇ ਕਿ ਮਾਇਆ ਜਿਹੜੀ ਉਹਦੇ ਨਾਲ ਜੋ ਮਰਜ਼ੀ ਧੱਕਾ ਕਰ ਲਓ, ਤੇ ਜਿਹੜਾ SSP ਹੈ ਜੇ ਉਹ ਤੇਰੇ ਟੁੱਕ ਖਾਂਦਾ ਹੈ, ਤੇਰੇ ਗੈਸਟ ਹਾਊਸ 'ਚ ਰਹਿੰਦਾ ਹੈ, ਤੇ ਤੂੰ ਕੀ ਸੋਚਦਾ ਮੇਰੀ ਕੋਲਰ ਨੂੰ ਹੱਥ ਪਾ ਲਏਗਾ? ਇੱਕ ਸੌਖੇ ਛੱਡ ਦੂੰ ਮੈਂ ਇਹਨਾਂ ਨੂੰ, ਨਾ SSP ਤੇ ਨਾ ਇਹਨਾਂ ਨੂੰ ਦੋਨੇ ਹੱਥਾਂ ਨਾਲ ਲਾਉਂ ਮੈਂ, ਛੱਡ ਥੋੜਾ ਦੇਣਾ ਮੈਂ ਇਹਨਾਂ ਨੂੰ।
ਪਰ ਉਹਨਾਂ ਦੀ ਤਾਂ ਗੱਲ ਕਰੀਏ, ਉਹਨਾਂ ਦੀ ਕਹਿੰਦੇ ਕਿ ਉਹਨਾਂ ਦਾ ਤਾਂ ਕੱਦ ਬਹੁਤ ਉੱਚਾ ਹੈ, ਬਾਦਲਾਂ ਨਾਲ ਵੀ ਸਿੱਧੀ ਹੈ ਤੇ ਕੈਪਟਨ ਸਰਕਾਰ 'ਚ ਵੀ ਉਹ ਬੋਰਡਾਂ ਦੇ ਚੇਅਰਮੈਨ ਹੈ ਜਾਂ ਡੈਜ਼ਿਗਨੇਸ਼ਨ ਉੱਦਾਂ ਦੇ ਲਿੱਤੇ ਹੈ। ਤੇ ਇਹ ਸਾਰੇ ਮਾਮਲੇ 'ਚ ਤੁਸੀਂ ਹੁਣ ਫਾਈਨਲੀ ਜਿਵੇਂ ਇਹ ਜਿਹੜੇ ਤੁਹਾਡੇ ਤੇ ਆਰੋਪ ਲਾ ਰਹੇ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੈ ਲਲਿਤਾ ਜੀ ਦਾ ਕੱਦ ਛੋਟਾ ਸੀ, ਨਹੀਂ ਜੀ, ਲਾਲੂ ਪ੍ਰਸ਼ਾਦ ਦਾ ਕੱਦ ਛੋਟਾ ਸੀ। ਨਹੀਂ ਸਰ। ਜੈ ਲਲਿਤਾ ਜੀ ਨੂੰ ਵੀ 20 ਸਾਲ ਲੱਗੇ, ਪਰ 20 ਸਾਲ ਬਾਅਦ ਸੁਬਰਾਮਨਿਅਨ ਸਵਾਮੀ ਜੀ ਨੇ ਲੌਜੀਕਲ ਕਨਕਲੂਜਨ ਤੇ ਲੈ ਕੇ ਗਏ। ਕਾਨੂੰਨ 'ਚ ਦੇਰ ਜ਼ਰੂਰ ਹੁੰਦੀ ਹੈ, ਮੈਂ ਹਮੇਸ਼ਾ ਕਹਿੰਦਾ ਇੰਡੀਆ ਦੀ ਪ੍ਰੋਬਲਮ ਹੈ, ਅਸੀਂ ਡਿਵੈਲਪਿੰਗ ਕੰਟਰੀ ਹੈ, ਸਾਡੇ ਕੋਲ ਪ੍ਰਿਆਪਤ ਜੱਜਾਂ ਦੀਆਂ ਅਸਾਮੀਆਂ ਨਹੀਂ ਹੈ, ਜਿਹੜੀਆਂ ਹੈਗੀਆਂ ਅੱਧੀਆਂ ਖਾਲੀ ਪਈਆਂ, ਬੜੀ ਸਲੋ ਪ੍ਰੋਗਰੈਸ ਹੁੰਦੀ ਹੈ। ਸਾਡੀਆਂ ਅਦਾਲਤਾਂ ਜਿਹੜੀਆਂ ਉਹ ਕ੍ਰਾਈਮ ਲਈ ਇਸ ਕਿਸਮ ਦੇ ਲਈ ਸੈਂਸਿਟਿਵ ਨਹੀਂ ਹੈ। ਇਸੀ ਵਜ੍ਹਾ ਕਿ ਹਿੰਦੁਸਤਾਨ ਦੇ ਵਿੱਚ ਪਰਜਰੀ ਨੂੰ ਲੈ ਕੇ ਕੋਈ ਕਿਸੇ ਦੀ ਡਿਫੇਮੇਸ਼ਨ ਨੂੰ ਲੈ ਕੇ ਬੜੀ ਲਾਈਟਲੀ ਲੈਂਦੇ ਆ, ਲੋਕੀ ਇੰਨੇ ਸੰਵੇਦਨਾ ਵਾਲੇ ਨਹੀਂ ਹੈ। ਤੇ ਹੈ ਜ਼ਰੂਰ, ਪਰ ਜਿੱਥੇ ਇਨਸਾਨ ਦ੍ਰਿੜਤਾ ਨਾਲ ਲੱਗਦਾ ਹੈ ਉਹਨੂੰ ਇਨਸਾਫ ਮਿਲਦਾ ਹੈ। ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ। ਤੇ ਦੋਸਤੋ ਇਹ ਸੀਗੇ ਹਰੀਸ਼ ਰਾਏ ਟਾਂਡਾ ਜੀ, ਜਿਨ੍ਹਾਂ ਨੇ ਇੱਕ ਚੀਜ਼ ਕਹੀ, ਬੜਾ ਅੱਛਾ ਇਹਨਾਂ ਨੇ ਇੱਕ ਆਨਸਰ ਦਿੱਤਾ ਕਿ ਜਿਹੜਾ ਇੰਡੀਆ ਹੈਗਾ, ਇੰਡੀਆ ਦੀ ਅਦਾਲਤਾਂ 'ਚ ਦੇਰ ਜ਼ਰੂਰ ਹੈ ਪਰ ਅੰਧੇਰ ਨਹੀਂ ਹੈ। ਸੋ ਇਹਨਾਂ ਨੇ ਬੜਾ ਕਲੀਅਰ ਕਿਹਾ, ਬਹੁਤ ਤਰੀਕੇ ਨਾਲ ਸੁਲਝੇ ਹੋਏ ਇੱਕ ਵਕੀਲ ਹੋਣ ਦਾ ਇਹਨਾਂ ਨੇ ਪ੍ਰੂਫ ਦਿੱਤਾ ਹੈ। ਇਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੇ ਬਹੁਤ ਸਾਰੇ ਇਸ਼ਾਰੇ 'ਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਇਸ਼ਾਰੇ ਦਿੱਤੇ ਹੈ। ਸੋ ਇਹ ਸੀ ਇਹਨਾਂ ਨਾਲ ਖਾਸ ਮੁਲਾਕਾਤ। ਇੱਦਾਂ ਹੀ ਹੋਰ ਵੀ ਚੀਜ਼ਾਂ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।